Hello viewers, welcome to my channel. I'm your educator Akashdeep Kaur Brad. Today we will do the barriers to effective communication. This is a topic next to what we have done earlier in communication skills. Barriers to effective communication. Communication barriers refers to the aspects or conditions that hinder the effective exchange of ideas or thoughts. ਉਹ ਬੈਰੀਅਰ ਕੀ ਹੁੰਦਾ ਹੈ? ਕੋਈ ਰੁਕਾਵਟ, ਠੀਕ ਹੈ। ਕਮਿਊਨੀਕੇਸ਼ਨ ਬੈਰੀਅਰਸ ਹੋ ਗਏ ਕਮਿਊਨੀਕੇਸ਼ਨ ਦੇ ਵਿੱਚ ਮਤਲਬ ਗੱਲਬਾਤ ਕਰਨ ਦੇ ਵਿੱਚ ਕਨਵਰਸੇਸ਼ਨ ਵਿੱਚ ਜਿਹੜੇ ਬੈਰੀਅਰਸ ਰੁਕਾਵਟ ਆਉਂਦੀ ਹੈ ਉਹ ਕੀ ਹੁੰਦੀ ਹੈ? ਉਹ ਕੰਡੀਸ਼ਨਸ ਜਾਂ ਉਹ ਆਸਪੈਕਟਸ ਜਿਹੜੀਆਂ ਹਿੰਡਰ ਕਰਦੀਆਂ ਰੁਕਾਵਟ ਪੈਦਾ ਕਰਦੀਆਂ ਕਿ ਅਸੀਂ ਇਫੈਕਟਿਵਲੀ ਇੱਕ ਦੂਜੇ ਨਾਲ ਆਪਦੇ ਆਈਡੀਆਜ਼ ਜਾਂ ਥਾਟਸ ਸ਼ੇਅਰ ਨਾ ਕਰ ਸਕੀਏ। ਜਦੋਂ ਅਸੀਂ ਕਮਿਊਨੀਕੇਟ ਕਰਦੇ ਹਾਂ ਤਾਂ ਕਈ ਵਾਰੀ ਅਸੀਂ ਆਪਣੇ ਆਈਡੀਆਜ਼ ਥਾਟਸ ਦੂਜੇ ਨਾਲ ਐਕਸਚੇਂਜ ਕਰਨੀ ਹੁੰਦੀ ਹੈ, ਸ਼ੇਅਰ ਕਰਨੀ ਹੁੰਦੀ ਹੈ, ਪਰ ਕੋਈ ਨਾ ਕੋਈ ਰੁਕਾਵਟ ਆ ਜਾਂਦੀ ਹੈ ਤੇ ਕਮਿਊਨੀਕੇਸ਼ਨ ਨਹੀਂ ਹੋ ਪਾਉਂਦੀ। ਇਹਨੂੰ ਕਹਿੰਦੀ ਹੈ ਬੈਰੀਅਰਸ ਟੂ ਇਫੈਕਟਿਵ ਕਮਿਊਨੀਕੇਸ਼ਨ। ਇਹ ਕਿੰਨੀ ਤਰ੍ਹਾਂ ਦੀ ਹੈ? ਹਾਂਜੀ, ਇਹ ਆਪਾਂ it is of 8 types ਮਤਲਬ ਜਿਹੜੀ ਆਪਾਂ ਡਿਸਕਸ ਕਰਾਂਗੇ। ਪਹਿਲਾ ਹੈ ਫਿਜ਼ੀਕਲ ਬੈਰੀਅਰਸ, ਕਲਚਰਲ ਬੈਰੀਅਰਸ, ਲੈਂਗੁਏਜ ਬੈਰੀਅਰ, then emotional barrier, gender barrier, organizational barrier, perceptual barrier। ਠੀਕ ਹੈ, ਹੁਣ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਫਿਜ਼ੀਕਲ ਬੈਰੀਅਰ ਕੀ ਹੁੰਦਾ ਹੈ। ਹਰੇਕ ਬੈਰੀਅਰ ਦਾ ਆਪਾਂ ਪਹਿਲਾਂ ਤਾਂ ਮਤਲਬ ਇਹ ਦੇਖਾਂਗੇ ਕਿ ਕੀ ਹੁੰਦਾ ਹੈ ਤੇ ਫਿਰ ਉਸ ਤੋਂ ਬਾਅਦ ਐਗਜ਼ਾਮਪਲਸ ਦੇਵਾਂਗੇ ਤੇ ਉਸ ਤੋਂ ਬਾਅਦ ਅਸੀਂ ਲਿਖਾਂਗੇ ਕਿਹੜੇ ਤਰੀਕੇ ਨਾਲ ਅਸੀਂ ਇਹਨੂੰ ਓਵਰਕਮ ਕਰ ਸਕਦੇ ਹਾਂ, ਮਤਲਬ ਇਸ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਹਾਂ, ਹੱਲ ਕਰ ਸਕਦੇ ਹਾਂ। ਪਹਿਲਾ ਆ ਗਿਆ ਫਿਜ਼ੀਕਲ ਬੈਰੀਅਰਸ। ਕੀ ਹੁੰਦੇ ਆ ਫਿਜ਼ੀਕਲ ਬੈਰੀਅਰਸ? These refer to the environmental or tangible obstacles that interfere with the course of effective communication। ਜਦੋਂ ਇਫੈਕਟਿਵ ਕਮਿਊਨੀਕੇਸ਼ਨ ਕਰਦੇ ਹਾਂ ਤਾਂ ਕੁਝ ਇਨਵਾਇਰਮੈਂਟ ਵਿੱਚ ਜਿਹੜੀ ਕੋਈ ਰੁਕਾਵਟ ਪੈਦਾ ਹੁੰਦੀ ਹੈ ਜਿਹਦੇ ਕਰਕੇ ਕਮਿਊਨੀਕੇਸ਼ਨ ਨਹੀਂ ਹੋ ਪਾਉਂਦੀ, ਉਹਨੂੰ ਕਹਿੰਦੇ ਆ ਫਿਜ਼ੀਕਲ ਬੈਰੀਅਰਸ ਜਾਂ ਟੈਂਜੀਬਲ ਆਬਸਟੈਕਲਸ। ਉਹ ਆਬਸਟੈਕਲਸ ਜਿਹੜੀਆਂ ਕਿ ਹੋਂਦ ਵਿੱਚ ਕੋਈ ਵੀ ਹੋ ਸਕਦੀਆਂ। ਇਹ ਫॉर ਐਗਜ਼ਾਮਪਲ ਨੋਇਸ ਹੋ ਗਈ, ਠੀਕ ਹੈ, ਡਿਸਟੈਂਸ, ਜਿਵੇਂ ਨੋਇਸ ਬਹੁਤ ਜ਼ਿਆਦਾ ਹੈ ਤਾਂ ਕਮਿਊਨੀਕੇਸ਼ਨ ਨਹੀਂ ਹੋ ਪਾਊਗੀ ਇਫੈਕਟਿਵਲੀ। ਦੈਨ ਡਿਸਟੈਂਸ, ਇੱਕ ਦੂਜੇ ਤੋਂ ਕਾਫੀ ਡਿਸਟੈਂਸ 'ਤੇ ਹੋ ਤੁਸੀਂ ਤਾਂ ਵੀ ਨਹੀਂ ਹੋ ਪਾਊਗੀ। ਅਗਰ ਨੈਟਵਰਕ ਇਸ਼ੂ, ਕਿਸੇ ਨੂੰ ਵੀਡੀਓ ਕਾਨਫਰੰਸਿੰਗ ਕਰ ਰਹੇ ਹੋ, ਕਿਸੇ ਨੂੰ ਮੈਸੇਜ ਕਰ ਰਹੇ ਹੋ, ਫੋਨ ਕਰ ਰਹੇ ਹੋ, ਪਰ ਨੈਟਵਰਕ ਇਸ਼ੂ ਆ ਰਿਹਾ ਤਾਂ ਉਹ ਵੀ ਰੁਕਾਵਟ ਹੋਗੀ, ਤੁਹਾਡੀ ਕਮਿਊਨੀਕੇਸ਼ਨ ਨਹੀਂ ਹੋ ਪਾਊਗੀ। ਆਰਕੀਟੈਕਚਰ ਮਤਲਬ ਜਦੋਂ ਤੁਸੀਂ ਇੱਕ ਕਮਰੇ ਵਿੱਚੋਂ ਦੂਸਰਾ ਦੂਸਰੇ ਕਮਰੇ ਵਿੱਚ ਹੈ ਜਾਂ ਤੁਸੀਂ ਨੀਚੇ ਹੋ ਅਗਲਾ ਸੈਕਿੰਡ ਫਲੋਰ 'ਤੇ ਹੈ, ਥਰਡ ਫਲੋਰ 'ਤੇ ਹੈ, ਤਾਂ ਉਹਦੇ ਕਰਕੇ ਜਿਹੜੀ ਹੈ ਇੱਕ ਦੂਜੇ ਨਾਲ ਤੁਸੀਂ ਕਮਿਊਨੀਕੇਟ ਨਹੀਂ ਕਰ ਪਾ ਰਹੇ। ਟਾਈਮ ਜ਼ੋਨ ਡਿਫਰੈਂਸਿਸ ਜਿਹਦੇ ਵਿੱਚ ਕੀ ਹੈ, ਇੱਕ ਕੰਟਰੀ ਵਿੱਚ ਅਲੱਗ ਟਾਈਮ ਹੈ, ਦੂਸਰੀ ਕੰਟਰੀ ਵਿੱਚ ਅਲੱਗ ਟਾਈਮ ਹੈ, ਜਿਹਦੇ ਕਰਕੇ ਕਮਿਊਨੀਕੇਸ਼ਨ ਨਹੀਂ ਹੋ ਪਾ ਰਹੀ। ਫਿਜ਼ੀਕਲ ਡਿਸੇਬਿਲਟੀ, ਅਗਰ ਤੁਸੀਂ ਮਤਲਬ ਯੂ ਆਰ ਨਾਟ ਏਬਲ ਟੂ ਹੀਅਰ ਔਰ ਸਪੀਕ, ਤੁਸੀਂ ਬੋਲ ਨਹੀਂ ਸਕਦੇ, ਸੁਣ ਨਹੀਂ ਸਕਦੇ, ਤਾਂ ਉਹਦੇ ਕਰਕੇ ਕਮਿਊਨੀਕੇਸ਼ਨ ਨਹੀਂ ਹੋ ਪਾ ਰਹੀ। ਜਾਂ ਲੈਂਗੁਏਜ ਦਾ ਕੋਈ ਇਸ਼ੂ ਆ ਰਿਹਾ ਜਿਹਦੇ ਕਰਕੇ ਕਮਿਊਨੀਕੇਸ਼ਨ ਨਹੀਂ ਹੋ ਪਾ ਰਹੀ, ਤਾਂ ਇਹ ਸਾਰੇ ਕੀ ਹੈਗੇ ਆ? ਫਿਜ਼ੀਕਲ ਬੈਰੀਅਰਸ। ਤੇ ਇਹਨਾਂ ਨੂੰ ਕਿਵੇਂ ਓਵਰਕਮ ਕੀਤਾ ਜਾ ਸਕਦਾ ਹੈ, ਕਿਵੇਂ ਇਸ ਪ੍ਰੋਬਲਮ ਨੂੰ ਸੋਲਵ ਕੀਤਾ ਜਾ ਸਕਦਾ ਹੈ? ਫਰਸਟ ਪੁਆਇੰਟ ਹੈ ਯੂਜ਼ ਵੀਡੀਓ ਕਾਨਫਰੰਸਿੰਗ। ਜਦੋਂ ਤੁਸੀਂ ਡਿਸਟੈਂਸ ਤੋਂ ਹੋ ਇੱਕ ਦੂਜੇ ਤੋਂ ਤਾਂ ਵੀਡੀਓ ਕਾਨਫਰੰਸਿੰਗ ਕਰ ਸਕਦੇ ਹੋ। ਆਫਰ ਲੈਂਗੁਏਜ ਕਲਾਸਿਸ, ਅੱਛਾ ਜੇ ਕਿਸੇ ਨੂੰ ਲੈਂਗੁਏਜ ਨਹੀਂ ਆਉਂਦੀ ਤੁਹਾਡੀ ਜਾਂ ਤੁਸੀਂ ਦੂਸਰੇ ਦੀ ਲੈਂਗੁਏਜ ਤੁਹਾਨੂੰ ਨਹੀਂ ਆਉਂਦੀ ਤਾਂ ਤੁਸੀਂ ਕੀ ਕਰੋ, ਤੁਸੀਂ ਲੈਂਗੁਏਜ ਕਲਾਸਿਸ ਜੁਆਇਨ ਕਰ ਲਓ, ਟਿਊਟਰਿੰਗ ਸੈਸ਼ਨਸ ਲੈ ਲਓ। ਔਨਲਾਈਨ ਕਾਫੀ ਲਰਨਿੰਗ ਪਲੇਟਫਾਰਮਸ ਹੈ ਜਿਨ੍ਹਾਂ ਉੱਤੇ ਲੈਂਗੁਏਜ ਸਿਖਾਈ ਜਾਂਦੀ ਹੈ, ਸਕਿੱਲ ਸਿਖਾਈਆਂ ਜਾਂਦੀਆਂ ਤੇ ਇਹ ਤੁਸੀਂ ਸਿੱਖ ਸਕਦੇ ਹੋ। ਦੈਨ ਜੇਕਰ ਆਵਾਜ਼ ਬਹੁਤ ਜ਼ਿਆਦਾ ਤਾਂ ਉਹਨੂੰ ਵੀ ਮਤਲਬ ਰਿਡਿਊਸ ਕੀਤਾ ਜਾ ਸਕਦਾ ਹੈ। ਜਿਵੇਂ ਕਿ ਬਹੁਤ ਤੇਜ਼ ਮਿਊਜ਼ਿਕ ਚੱਲ ਰਿਹਾ ਤਾਂ ਉਹਦਾ ਵੋਲਿਊਮ ਲੋ ਕਰ ਦਿਓ। ਨੈਟਵਰਕ ਇਸ਼ੂਜ਼ ਜਿਹੜੇ ਆ ਉਹਨਾਂ ਨੂੰ ਪਹਿਲਾਂ ਸੋਲਵ ਕਰੋ, ਰਿਜ਼ੋਲਵ ਕਰੋ ਤੇ ਫਿਰ ਗੱਲਬਾਤ ਕਰੋ। ਲੇਟੈਸਟ ਟੈਕਨੋਲੋਜੀਜ਼ ਯੂਜ਼ ਕਰੋ ਜਿਹਦੇ ਨਾਲ ਕੀ ਹੈ ਇਹ ਹਿੰਡਰੈਂਸ ਨਾ ਆਵੇ ਕਮਿਊਨੀਕੇਸ਼ਨ ਵਿੱਚ। ਹਿੰਡਰੈਂਸ ਹੁੰਦਾ ਰੁਕਾਵਟ। ਸੈਕਿੰਡ ਪੁਆਇੰਟ ਆ ਜਾਂਦਾ ਹੈ ਕਲਚਰਲ ਬੈਰੀਅਰਸ। ਹਾਂਜੀ, ਹੁਣ ਕਲਚਰਲ ਬੈਰੀਅਰਸ ਕੀ ਹੁੰਦੇ ਹੈ? ਕਲਚਰ ਹੁੰਦਾ ਕੀ ਹੈ? ਕਲਚਰ ਹੁੰਦਾ ਵੇ ਆਫ ਲਾਈਫ, ਸਾਡੀ ਰਹਿਣ ਦਾ ਤਰੀਕਾ, ਸਾਡੀ ਜ਼ਿੰਦਗੀ ਜਿਉਣ ਦਾ ਤਰੀਕਾ।
ਅਸੀਂ ਕਿਸ ਤਰ੍ਹਾਂ ਬੈਠਦੇ ਹਾਂ, ਕੀ ਖਾਂਦੇ ਹਾਂ, ਕੀ ਪੀਂਦੇ ਹਾਂ, ਕਿਵੇਂ ਅਸੀਂ ਦੁਨੀਆ ਨੂੰ ਕਿਸ ਤਰ੍ਹਾਂ ਦੇਖਦੇ ਹਾਂ, ਇਹ ਸਾਨੂੰ ਸਾਡਾ ਕਲਚਰ ਦਿਖਾਉਂਦਾ ਹੈ। ਕਿਸੇ ਕਲਚਰ ਵਿੱਚ ਬਹੁਤ ਓਪਨ ਮਾਈਂਡਡ ਲੋਕ ਹੈ ਤਾਂ ਉਹ ਉਵੇਂ ਦੇ ਹੋਣਗੇ, ਜੇ ਕੋਈ ਨੈਰੋ ਮਾਈਂਡਡ ਲੋਕ ਹੈ ਤਾਂ ਉਹਨਾਂ ਦੀ ਸੋਚਣ ਦਾ ਤਰੀਕਾ ਜਿਹੜਾ ਹੈ ਉਹ ਅਲੱਗ ਹੋਊਗਾ। ਸੋ ਕਲਚਰ ਜਿਹੜਾ ਹੈਗਾ ਉਹ ਕਈ ਵਾਰੀ ਇੱਕ ਦੂਜੇ ਨਾਲ ਗੱਲਬਾਤ ਕਰਨ ਵਿੱਚ, ਕਮਿਊਨੀਕੇਟ ਕਰਨ ਵਿੱਚ ਬੈਰੀਅਰ ਬਣ ਸਕਦਾ ਹੈ। ਕਲਚਰਸ ਪ੍ਰੋਵਾਈਡ ਪੀਪਲ ਵੇਜ਼ ਆਫ ਥਿੰਕਿੰਗ। ਸੋਚਣ, ਅਸੀਂ ਆਪਣੇ ਕਲਚਰ ਤੋਂ ਸਿੱਖਦੇ ਹਾਂ। ਸਾਡਾ ਮਤਲਬ ਸਾਡੀ ਸੋਚ ਜਿਹੜੀ ਹੈ ਉਹ ਸਾਡੇ ਕਲਚਰ ਦੇ ਹਿਸਾਬ ਨਾਲ ਹੀ ਹੁੰਦੀ ਹੈ। ਅਸੀਂ ਕਿਸ ਤਰ੍ਹਾਂ ਚੀਜ਼ਾਂ ਨੂੰ ਦੇਖਦੇ ਹਾਂ, ਸਾਡਾ ਨਜ਼ਰੀਆ ਕੀ ਹੈ ਦੁਨੀਆ ਨੂੰ ਦੇਖਣ ਦਾ, ਇਹ ਸਾਨੂੰ ਕਲਚਰ ਤੋਂ ਹੀ ਪਤਾ ਲੱਗਦਾ ਹੈ। ਸਿਮਿਲਰ ਵਰਡਸ ਕੈਨ ਮੀਨ ਡਿਫਰੈਂਟ ਥਿੰਗਸ ਟੂ ਪੀਪਲ ਫਰੋਮ ਡਿਫਰੈਂਟ ਕਲਚਰਸ ਈਵਨ ਵੈਨ ਦੇ ਟਾਕ ਇਨ ਦ ਸੇਮ ਲੈਂਗੁਏਜ। ਜੇਕਰ ਮਤਲਬ ਇੰਗਲਿਸ਼ ਵਿੱਚ ਹੀ ਸਪੋਜ਼ ਸੇਮ ਲੈਂਗੁਏਜ ਵਿੱਚ, ਉਹ ਕੋਈ ਵੀ ਲੈਂਗੁਏਜ ਹੋ ਸਕਦੀ ਹੈ। ਸਪੋਜ਼ਡਲੀ ਹੁਣ ਆਪਾਂ ਲਈਏ ਕਿ ਦੋ ਲੋਕ ਹੈ, ਉਹ ਆਪਸ ਵਿੱਚ ਇੰਗਲਿਸ਼ ਵਿੱਚ ਗੱਲ ਕਰ ਰਹੇ ਹੈ, ਲੈਂਗੁਏਜ ਸੇਮ ਹੈ, ਪਰ ਉਹ ਡਿਫਰੈਂਟ ਕਲਚਰਸ ਨੂੰ ਬਿਲੋਂਗ ਕਰਦੇ ਹੈ। ਤਾਂ ਕੀ ਹੁੰਦਾ ਹੈ ਕਿ ਕਈ ਵਾਰੀ ਮਤਲਬ ਇੱਕ ਵਰਡ ਦਾ ਮੀਨਿੰਗ ਇੱਕ ਕਲਚਰ ਵਿੱਚ ਕੁਝ ਡਿਫਰੈਂਟ ਹੋਊਗਾ, ਦੂਸਰੇ ਕਲਚਰ ਵਿੱਚ ਕੁਝ ਡਿਫਰੈਂਟ ਮੀਨਿੰਗ ਹੋਊਗਾ। ਤਾਂ ਉਹਦੇ ਨਾਲ ਕੀ ਹੈ, ਕਮਿਊਨੀਕੇਸ਼ਨ ਨਹੀਂ ਹੋ ਪਾਉਂਦੀ, ਕਿਉਂਕਿ ਜਿਹੜਾ ਆਪਣੇ ਹਿਸਾਬ ਨਾਲ ਤੁਸੀਂ ਵਰਡ ਦੱਸ ਰਹੇ ਹੋ ਉਹਦਾ ਦੂਸਰੇ ਕਲਚਰ ਵਿੱਚ ਉਹਦਾ ਮੀਨਿੰਗ ਡਿਫਰੈਂਟ ਹੈ, ਤਾਂ ਉਹ ਫਿਰ ਗੱਲ ਨੂੰ ਕਿਵੇਂ ਸਮਝ ਪਾਊਗਾ। ਹੁਣ ਐਗਜ਼ਾਮਪਲਸ ਹੈ, ਜਿਵੇਂ ਲੈਂਗੁਏਜ। ਵੈਨ ਪੀਪਲ ਡੋਂਟ ਸਪੀਕ ਦ ਸੇਮ ਲੈਂਗੁਏਜ, ਜਦੋਂ ਬੰਦੇ ਆਪਸ ਵਿੱਚ ਸੇਮ ਲੈਂਗੁਏਜ ਵਿੱਚ ਗੱਲ ਨਹੀਂ ਕਰਦੇਗੇ, ਠੀਕ ਹੈ, ਹੁਣ ਲੈਂਗੁਏਜ ਇੱਕ ਬੈਰੀਅਰ ਬਣ ਸਕਦਾ ਹੈ, ਕਿਉਂਕਿ ਕਿਸੇ ਕਲਚਰ ਵਿੱਚ ਜਿਹੜੀ ਹੈ ਉਹਦੀ ਮਤਲਬ ਕੁਝ ਵਰਡਸ ਦਾ ਮੀਨਿੰਗ ਡਿਫਰੈਂਟ ਹੈ, ਤੁਹਾਡੀ ਵਿੱਚ ਡਿਫਰੈਂਟ ਹੈ, ਜਾਂ ਮਤਲਬ ਤੁਸੀਂ ਦੂਸਰੇ ਦੀ ਲੈਂਗੁਏਜ ਨਹੀਂ ਸਮਝ ਪਾ ਰਹੇ, ਡਿਫਰੈਂਟ ਲੈਂਗੁਏਜ ਬੋਲ ਰਹੇ ਹੋ ਤੁਸੀਂ। ਟਰਾਂਸਲੇਟਰ ਵੀ ਖੜਾ ਹੋਇਆ ਹੈ, ਪਰ ਜੇਕਰ ਉਹ ਟਰਾਂਸਲੇਟ ਵੀ ਕਰਦਾ ਹੈ ਤਾਂ ਵੀ ਉਹ ਮਤਲਬ ਹਮੇਸ਼ਾ ਇਹ ਨਹੀਂ ਹੁੰਦਾ ਕਿ ਟਰਾਂਸਲੇਸ਼ਨ ਵਿੱਚ ਬਿਲਕੁਲ ਸਹੀ ਮੀਨਿੰਗ ਜੋ ਕੁਝ ਮਤਲਬ ਇੱਕ ਸਪੀਕਰ ਬੋਲ ਰਿਹਾ ਉਹੀ ਟਰਾਂਸਲੇਟਰ ਦੱਸ ਪਾਊਗਾ। ਕਈ ਵਾਰੀ ਉਹ ਵੀ ਸਹੀ ਤਰ੍ਹਾਂ ਨਾਲ ਤੁਹਾਡੀ ਗੱਲ ਨੂੰ ਨਹੀਂ ਕਹਿ ਪਾਉਂਦਾ। ਸੋ ਉਹਦੇ 'ਚ ਕਮਿਊਨੀਕੇਸ਼ਨ ਬੈਰੀਅਰਸ ਆਉਂਦੀ ਹੈ। ਦ ਆਈਡੀਆ ਦੈਟ ਵਨਸ ਓਨ ਕਲਚਰ ਇਜ਼ ਸੁਪੀਰੀਅਰ ਟੂ ਅਦਰਸ। ਕਈ ਵਾਰੀ ਕੀ ਹੁੰਦਾ, ਕੁਝ ਜਣੇ ਇਹ ਸੋਚ ਲੈਂਦੇ ਹੈ ਵੀ ਸਾਡਾ ਕਲਚਰ ਜਿਹੜਾ ਹੈ ਉਹ ਦੂਜੇ ਨਾਲੋਂ ਸੁਪੀਰੀਅਰ ਹੈ, ਦੂਜੇ ਦਾ ਜਿਹੜਾ ਕਲਚਰ ਹੈ ਉਹ ਇੰਨਾ ਵਧੀਆ ਨਹੀਂ ਹੈ। ਇਹ ਹਰੇਕ ਨੂੰ ਲੱਗਦਾ ਹੈ, ਜਿਹਦੇ ਕਰਕੇ ਤੁਸੀਂ ਆਪਣੇ ਆਪ ਨੂੰ ਸੁਪੀਰੀਅਰ ਸਮਝਦੇ ਹੋ ਤੇ ਦੂਜੇ ਨਾਲ ਉਵੇਂ ਕਮਿਊਨੀਕੇਟ ਨਹੀਂ ਕਰ ਪਾਉਂਦੇ। ਥਰਡ ਪੁਆਇੰਟ ਹੈ ਪ੍ਰੈਜੁਡਿਸ। ਪ੍ਰੈਜੁਡਿਸ ਹੁੰਦਾ ਹੈ ਅ ਸਟਰੋਂਗ ਫੀਲਿੰਗ ਆਫ ਡਿਸਲਾਈਕ ਟੂਵਰਡਸ ਪੀਪਲ ਫਰੋਮ ਅ ਸਰਟਨ ਗਰੁੱਪ। ਹੁੰਦਾ ਕੀ ਹੈ, ਜਦੋਂ ਕਿਸੇ ਤਬਕੇ ਨੂੰ, ਕਿਸੇ ਲੋਕਾਂ ਨੂੰ ਤੁਹਾਨੂੰ ਮਤਲਬ ਤੁਸੀਂ ਡਿਸਲਾਈਕ ਕਰਦੇ ਹੋ, ਸਪੋਜ਼ ਕੋਈ ਕਾਸਟ ਦੇ ਲੋਕ ਹੈ, ਤੁਸੀਂ ਉਹਨਾਂ ਨੂੰ ਡਿਸਲਾਈਕ ਕਰਦੇ ਹੋ, ਇੱਕ ਸਟਰੋਂਗ ਫੀਲਿੰਗ ਹੈ ਤੁਹਾਨੂੰ, ਮਤਲਬ ਜਿਵੇਂ ਇਹ ਲੋਕ ਪਸੰਦ ਨਹੀਂ ਆ ਰਹੇ, ਕੋਈ ਲੋਕ ਹੈ ਜਿਹੜੇ ਤੁਹਾਨੂੰ ਪਸੰਦ ਨਹੀਂ ਆ ਰਹੇ, ਤਾਂ ਉਹਦੇ ਲਈ ਮਤਲਬ ਕੀ ਹੈ, ਤੁਸੀਂ ਪ੍ਰੈਜੁਡਾਈਜ਼ਡ ਹੋ, ਵਿਚ ਮੀਨਸ ਤੁਹਾਡੇ ਅੰਦਰ ਉਹਨਾਂ ਲਈ ਇੱਕ ਹੇਟਰਡ ਵਰਗੀ ਫੀਲਿੰਗ ਹੈ। ਯੂ ਡੋਂਟ ਡਿਸਲਾਈਕ ਕਰਦੇ ਹੋ ਤੁਸੀਂ ਉਹਨਾਂ ਨੂੰ, ਯੂ ਡੋਂਟ ਲਾਈਕ ਦੈਮ। ਤਾਂ ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਉਹਨਾਂ ਲੋਕਾਂ ਨਾਲ ਫਿਰ ਚੰਗੀ ਤਰ੍ਹਾਂ ਕਮਿਊਨੀਕੇਟ ਨਹੀਂ ਕਰ ਪਾਓਗੇ। ਸਾਈਨਸ ਐਂਡ ਸਿੰਬਲਸ ਕੈਨ ਡਿਫਰ ਫਰੋਮ ਕਲਚਰ ਟੂ ਕਲਚਰ। ਹੁੰਦਾ ਕੀ ਹੈ ਕਿ ਜੇ ਕੁਝ ਸਾਇੰਸ ਜਿਹੜੀ ਹੈ, ਜਿਵੇਂ ਪਲੱਸ ਦਾ ਸਾਈਨ ਹੈ, ਉਹ ਆਪਣੇ ਵਿੱਚ ਕੁਝ ਡਿਫਰੈਂਟ ਮੀਨਿੰਗ ਹੋਊਗਾ, ਕਿਸੇ ਹੋਰ ਕਲਚਰ ਵਿੱਚ ਉਹਦਾ ਮੀਨਿੰਗ ਡਿਫਰੈਂਟ ਹੋਊਗਾ। ਸੋ ਅਸੀਂ ਇਹਨਾਂ ਤੇ ਰਿਲਾਈ ਨਹੀਂ ਕਰ ਪਾਉਂਦੇਗੇ, ਕਿਉਂਕਿ ਸਾਇੰਸ ਦੇ ਸਿੰਬਲ ਦੇ ਹਰ ਕਲਚਰ ਵਿੱਚ ਹੋ ਸਕਦਾ ਹੈ, ਮਤਲਬ ਡਿਫਰੈਂਟ ਕਲਚਰਸ ਵਿੱਚ ਮੀਨਿੰਗਸ ਡਿਫਰੈਂਟ ਹੋ ਸਕਦੀ ਹੈ। Cultural clashes can happen when other people's behavior goes against your own values. ਕਈ ਵਾਰੀ ਕਲਚਰਲ ਕਲੈਸ਼ਿਸ ਮਤਲਬ ਕੌਨਫਲਿਕਟਸ, ਲੜਾਈਆਂ ਵੀ ਹੋ ਜਾਂਦੀਆਂ, ਕਿਉਂਕਿ ਕੁਝ ਲੋਕ ਜਿਹੜੇ ਹੈ ਉਹ ਆਪਦੇ ਕਲਚਰ ਨੂੰ ਸਹੀ ਮੰਨਦੇ, ਉਹ ਸੋਚਦੇ ਸਾਡੀਆਂ ਵੈਲਿਊਜ਼, ਸਾਡੀ ਜੋ ਕੁਝ ਅਸੀਂ ਸੋਚ ਰਹੇ ਹਾਂ ਉਹ ਸਹੀ ਹੈ, ਤਾਂ ਉੱਥੇ ਕਲਚਰਲ ਬੈਰੀਅਰ ਹੋ ਜਾਂਦਾ ਹੈ, ਤੇ ਇੱਕ ਦੂਜੇ ਨਾਲ ਕੀ ਹੈ, ਤੁਸੀਂ ਬਹਿਸ ਕਰਦੇ ਹੋ, ਤੁਸੀਂ ਕਮਿਊਨੀਕੇਟ ਨਹੀਂ ਕਰਦੇਗੇ ਇਫੈਕਟਿਵਲੀ। ਇਹਨੂੰ ਅਸੀਂ ਕਿਵੇਂ ਓਵਰਕਮ ਕਰ ਸਕਦੇ ਹਾਂ ਕਲਚਰਲ ਬੈਰੀਅਰਸ ਨੂੰ? ਬੀ ਰਿਸਪੈਕਟਫੁਲ ਟੂਵਰਡਸ ਅਦਰਸ ਐਂਡ ਬੀ ਓਪਨ ਮਾਈਂਡਡ। ਦੂਜੇ ਦੀ ਰਿਸਪੈਕਟ ਕਰੋ, ਆਪਣੇ ਦਿਮਾਗ ਨੂੰ ਖੋਲ ਕੇ ਰੱਖੋ, ਦੂਜਿਆਂ ਦੀ ਰਿਸਪੈਕਟ ਕਰੋ ਤੇ ਉਹਨਾਂ ਦੀਆਂ ਵੈਲਿਊਜ਼ ਨੂੰ ਸਮਝੋ, ਤੇ ਦੂਜੇ ਕਲਚਰ ਨੂੰ ਆਪਣੇ ਕਲਚਰ ਨੂੰ ਨਾ ਸੋਚੋ ਕਿ ਮੇਰਾ ਹੀ ਕਲਚਰ ਸਭ ਤੋਂ ਸਹੀ ਹੈ, ਦੂਜੇ ਦੇ ਕਲਚਰ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ। ਅੰਡਰਸਟੈਂਡ ਯੋਰ ਓਨ ਕਲਚਰ ਐਂਡ ਹਾਊ ਇਟ ਹੈਜ਼ ਸ਼ੇਪਡ ਯੂ। ਆਪਣੇ ਕਲਚਰ ਨੂੰ ਵੀ ਚੰਗੀ ਤਰ੍ਹਾਂ ਸਮਝੋ, ਦੂਜੇ ਦੇ ਕਲਚਰ ਦੀ, ਉਹਦੇ ਵਿਊਜ਼, ਉਹਦੇ ਆਈਡੀਆਜ਼ ਨੂੰ ਵੀ ਚੰਗੀ ਤਰ੍ਹਾਂ ਸਮਝੋ ਤੇ ਉਹਨੂੰ ਰਿਸਪੈਕਟ ਸ਼ੋ ਕਰੋ। ਲਰਨ ਅਬਾਊਟ ਡਿਫਰੈਂਟ ਕਲਚਰਸ। ਦੂਜਿਆਂ ਦੇ ਕਲਚਰਸ ਜਿਹੜੇ ਆ ਉਹਨਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰੋ, ਉਹਨਾਂ ਵਿੱਚ ਕੀ ਵੈਲਿਊਜ਼ ਹੈ,
ਉਹ ਕਿਹੜੀਆਂ ਚੀਜ਼ਾਂ ਨੂੰ ਕਿਹੜੀਆਂ ਟ੍ਰੈਡੀਸ਼ਨਸ ਨੂੰ ਫੋਲੋ ਕਰਦੇ ਹੈ। ਥਰਡ ਪੁਆਇੰਟ ਆ ਜਾਂਦਾ ਹੈ ਹੁਣ ਕਿਹੜਾ ਬੈਰੀਅਰ, ਆਪਾਂ ਇੱਕ ਬੈਰੀਅਰ ਤਾਂ ਕਰ ਲਿਆ ਨਾ ਫਿਜ਼ੀਕਲ ਬੈਰੀਅਰ, ਸੈਕਿੰਡ ਆਪਾਂ ਕਰ ਲਿਆ ਕਲਚਰਲ ਬੈਰੀਅਰ, ਹੁਣ ਅਸੀਂ ਡਿਸਕਸ ਕਰਦੇ ਹਾਂ ਲੈਂਗੁਏਜ ਬੈਰੀਅਰ। Inability to converse in a language that is known to both the sender and receiver is the greatest barrier to effective communication. ਜਦੋਂ ਤੁਸੀਂ ਚਾਹੇ ਇੱਕ ਲੈਂਗੁਏਜ ਵਿੱਚ ਵੀ ਗੱਲ ਕਰ ਰਹੇ ਹੋ, ਆਪਸ ਵਿੱਚ ਸੇਮ ਲੈਂਗੁਏਜ ਵਿੱਚ ਗੱਲ ਕਰ ਰਹੇ ਹੋ, ਪਰ ਫਿਰ ਵੀ ਤੁਸੀਂ ਕਮਿਊਨੀਕੇਟ ਨਹੀਂ ਕਰ ਪਾ ਰਹੇ, ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਨਹੀਂ ਕਹਿ ਪਾ ਰਹੇ, ਤਾਂ ਉੱਥੇ ਕੀ ਆ ਜਾਂਦਾ ਲੈਂਗੁਏਜ ਬੈਰੀਅਰ। ਕਈ ਵਾਰੀ ਡਿਫਰੈਂਟ ਲੈਂਗੁਏਜਸ ਯੂਜ਼ ਕਰਦੇ ਹੋ, ਕਿਸੇ ਨੂੰ ਇੱਕ ਲੈਂਗੁਏਜ ਨਹੀਂ ਆਉਂਦੀ, ਦੂਸਰੇ ਨੂੰ ਦੂਸਰੀ ਲੈਂਗੁਏਜ ਨਹੀਂ ਆਉਂਦੀ, ਤਾਂ ਉੱਥੇ ਵੀ ਲੈਂਗੁਏਜ ਬੈਰੀਅਰ ਆ ਜਾਂਦਾ ਹੈ। ਹੁਣ ਸੇਮ ਲੈਂਗੁਏਜ ਵਿੱਚ ਕਿਵੇਂ ਬੈਰੀਅਰ ਆਉਂਦਾ ਹੈ, ਮਤਲਬ ਸਪੋਜ਼ ਦੋ ਲੋਕ ਹੈ, ਉਹ ਇੰਗਲਿਸ਼ ਵਿੱਚ ਹੀ ਗੱਲ ਕਰ ਰਹੇ ਹੈ, ਪਰ ਫਿਰ ਵੀ ਉਹ ਇਫੈਕਟਿਵਲੀ ਕਮਿਊਨੀਕੇਟ ਨਹੀਂ ਕਰ ਪਾ ਰਹੇ, ਤਾਂ ਉਹਦੇ ਵਿੱਚ ਕੀ ਪ੍ਰੋਬਲਮ ਆ ਸਕਦੀ ਹੈ। ਉਹਦੇ ਵਿੱਚ ਇਹ ਹੈ ਕਿ ਹੋ ਸਕਦਾ ਹੈ ਜਿਹੜਾ ਇੱਕ ਪਰਸਨ ਹੈ ਉਹਨਾਂ ਵਿੱਚੋਂ ਮਤਲਬ ਉਹ ਹੀ ਇਜ਼ ਯੂਜ਼ਿੰਗ ਇਨਐਪਰੋਪ੍ਰੀਏਟ ਵਰਡਸ, ਉਹ ਸੂਟੇਬਲ ਵਰਡਸ ਹੀ ਨਹੀਂ ਯੂਜ਼ ਕਰ ਰਿਹਾ, ਉਹ ਐਵੇਂ ਦੇ ਵਰਡਸ ਯੂਜ਼ ਕਰ ਰਿਹਾ ਜਿਹੜੇ ਕਿ ਮਤਲਬ ਰੂਡ ਸਾਊਂਡ ਕਰ ਰਹੀ ਹੈ, ਜਾਂ ਮਤਲਬ ਉਹ ਸਾਹਮਣੇ ਵਾਲੇ ਨੂੰ ਸਮਝ ਨਹੀਂ ਆ ਰਹੇ, ਜਿਹਦੇ ਕਰਕੇ ਕੀ ਹੈ ਕਮਿਊਨੀਕੇਸ਼ਨ ਨਹੀਂ ਹੋ ਪਾ ਰਹੀ। ਤੇ ਇਹਨੂੰ ਕਿਵੇਂ ਓਵਰਕਮ ਕਰਨਾ ਹੈ, ਇਹਦੇ ਵਾਸਤੇ ਕੀ ਹੈਗਾ, ਸਪੀਕ ਸਲੋਲੀ ਐਂਡ ਕਲੀਅਰਲੀ, ਹਮੇਸ਼ਾ ਆਰਾਮ ਨਾਲ ਗੱਲ ਕਰੋ ਤੇ ਕਲੀਅਰਲੀ ਕਰੋ, ਹਰੇਕ ਵਰਡ ਜਿਹੜਾ ਤੁਹਾਡਾ ਕਲੀਅਰ ਹੋਣਾ ਚਾਹੀਦਾ ਹੈ। ਬੀ ਸਪੈਸੀਫਿਕ, ਇੱਧਰ ਉੱਧਰ ਦੀਆਂ ਗੱਲਾਂ ਨਾ ਕਰੋ, ਬਲਕਿ ਬੀ ਸਪੈਸੀਫਿਕ ਮਤਲਬ ਪੂਰਾ ਟੂ ਦਾ ਪੁਆਇੰਟ ਗੱਲ ਕਰੋ, ਜਿਹੜੀ ਗੱਲ ਕਹਿਣਾ ਚਾਹੁੰਦੇ ਹੋ ਉਸ ਗੱਲ ਨੂੰ ਕਰੋ। ਚੂਜ਼ ਯੋਰ ਮੀਡੀਅਮ ਆਫ ਕਮਿਊਨੀਕੇਸ਼ਨ ਇਫੈਕਟਿਵਲੀ, ਹਮੇਸ਼ਾ ਜਿਹੜਾ ਚੈਨਲ ਜਿਹਦੇ ਥਰੂ ਤੁਸੀਂ ਆਪਣੀ ਗੱਲ ਕਰਨੀ ਹੈ, ਚਾਹੇ ਬੋਲ ਕੇ ਕਰਨੀ ਹੈ, ਚਾਹੇ ਲਿਖ ਕੇ ਕਰਨੀ ਹੈ, ਚਾਹੇ ਬੋਡੀ ਲੈਂਗੁਏਜ ਦੇ ਸਾਹਮਣੇ ਦੇ ਥਰੂ ਤੁਸੀਂ ਕੋਈ ਗੱਲ ਕਰਨੀ ਹੈ, ਉਸ ਮੀਡੀਅਮ ਨੂੰ, ਜਿਹੜੀ ਗੱਲ ਤੁਸੀਂ ਕਹਿਣਾ ਚਾਹੁੰਦੇ ਹੋ ਉਹਨੂੰ ਹਮੇਸ਼ਾ ਸਹੀ ਚੈਨਲ ਨੂੰ ਸਿਲੈਕਟ ਕਰੋ। ਬੀ ਪੇਸ਼ੈਂਟ, ਹਮੇਸ਼ਾ ਪੇਸ਼ੈਂਸ ਰੱਖੋ ਤੇ ਦੂਜੇ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ, ਫਿਰ ਹੀ ਇਫੈਕਟਿਵ ਕਮਿਊਨੀਕੇਸ਼ਨ ਹੋ ਪਾਉਂਦੀ ਹੈ। ਹਾਂਜੀ, ਨਾਓ ਫੋਰਥ ਬੈਰੀਅਰ ਕਿਹੜਾ ਹੈਗਾ, ਦੈਟ ਇਜ਼ ਇਮੋਸ਼ਨਲ ਬੈਰੀਅਰ। ਇਮੋਸ਼ਨਲ ਬੈਰੀਅਰ ਕੀ ਹੈ, the emotional state of an individual may sometimes cause a barrier in an effective communication. ਕਈ ਵਾਰੀ ਇਮੋਸ਼ਨਲ ਸਟੇਟ ਕਿਸੇ ਇੰਡੀਵਿਜੂਅਲ ਦੀ ਜਿਹੜੀ ਉਸ ਟਾਈਮ ਤੇ ਉਹ ਇਮੋਸ਼ਨਸ ਉਹਦੇ ਅੰਦਰ ਹੈ, ਉਹ ਇੱਕ ਬੈਰੀਅਰ ਬਣ ਸਕਦੇ ਇਫੈਕਟਿਵ ਕਮਿਊਨੀਕੇਸ਼ਨ ਵਿੱਚ। ਇਟ ਕੈਨ ਹੈਂਪਰ ਯੋਰ ਅੰਡਰਸਟੈਂਡਿੰਗ ਆਫ ਅਦਰਸ, ਤੇ ਤੁਸੀਂ ਕੀ ਹੈ ਦੂਜੇ, ਹੈਂਪਰ ਮਤਲਬ ਰੁਕਾਵਟ ਬਣ ਸਕਦਾ ਤੇ ਤੁਹਾਨੂੰ ਸਮਝ ਨਹੀਂ ਆਊਗੀ ਇਹ ਕਹਿਣਾ ਕੀ ਚਾਹੁੰਦਾ ਹੈ। ਇਮੋਸ਼ਨਲ ਸਟੇਟ ਦਾ ਮਤਲਬ ਹੈ ਕਈ ਵਾਰੀ ਜਿਵੇਂ ਮੈਂ ਤੁਹਾਨੂੰ ਸਮਝਾਉਣੀ ਆ ਕਿ ਜਿਵੇਂ ਕਈ ਵਾਰੀ ਤੁਹਾਡੇ ਅੰਦਰ ਕੋਈ ਇੱਕੋਦਮ ਤੁਸੀਂ ਸ਼ੌਕ ਲੱਗਿਆ ਤੁਹਾਨੂੰ ਕਿਸੇ ਗੱਲ ਤੋਂ, ਠੀਕ ਹੈ, ਤਾਂ ਫਿਰ ਉਸ ਟਾਈਮ ਤੁਹਾਡੀ ਸਟੇਟ ਆਫ ਮਾਈਂਡ ਡਿਫਰੈਂਟ ਹੋਊਗੀ ਤੇ ਤੁਸੀਂ ਦੂਜੇ ਨਾਲ ਸਹੀ ਤਰ੍ਹਾਂ ਨਾਲ ਗੱਲ ਨਹੀਂ ਕਰ ਪਾਓਗੇ ਤੇ ਨਾ ਹੀ ਆਪਦੀ ਗੱਲ ਨੂੰ ਦੂਜੇ ਨੂੰ ਸਮਝਾ ਸਕੋਗੇ। ਕਈ ਵਾਰੀ ਤੁਸੀਂ ਇੰਨੇ ਡਰੇ ਹੁੰਨੇ ਹੋ ਕਿਸੇ ਚੀਜ਼ ਤੋਂ ਤਾਂ ਵੀ ਤੁਸੀਂ ਸਹੀ ਤਰ੍ਹਾਂ ਦੂਜੇ ਨਾਲ ਗੱਲ ਨਹੀਂ ਕਰ ਪਾਉਂਦੇ। ਕਈ ਵਾਰੀ ਇਹ ਹੁੰਦਾ ਕਿ ਤੁਸੀਂ ਦੂਸਰੇ ਤੇ ਵਿਸ਼ਵਾਸ ਨਹੀਂ ਕਰਦੇ, ਟਰਸਟ ਨਹੀਂ ਹੈ ਤੁਹਾਡਾ, ਤਾਂ ਵੀ ਤੁਸੀਂ ਉਹਦੇ ਨਾਲ ਕਮਿਊਨੀਕੇਟ ਨਹੀਂ ਕਰ ਪਾਓਗੇ। ਕਈ ਵਾਰੀ ਤੁਸੀਂ ਇੰਨੇ ਜ਼ਿਆਦਾ ਸਟ੍ਰੈਸ ਵਿੱਚ ਹੁੰਨੇ ਹੋ ਤਾਂ ਤੁਸੀਂ ਆਪਣੀ ਗੱਲ ਨੂੰ ਦੂਜੇ ਤੱਕ ਸਹੀ ਤਰ੍ਹਾਂ ਨਹੀਂ ਪਹੁੰਚਾ ਪਾਉਂਦੇ। ਸੋ ਇਸ ਇਮੋਸ਼ਨਲ ਸਟੇਟ ਹੈ ਜਿਹੜੀ ਇੰਡੀਵਿਜੂਅਲ ਦੀ, ਉਹ ਵੀ ਕਈ ਵਾਰੀ ਤੁਹਾਡੀ ਕਮਿਊਨੀਕੇਸ਼ਨ ਵਿੱਚ ਬੈਰੀਅਰ ਬਣ ਜਾਂਦੀ ਹੈ। ਹਾਂਜੀ, ਇਹਨੂੰ ਅਸੀਂ ਕਿਵੇਂ ਓਵਰਕਮ ਕਰ ਸਕਦੇ ਹਾਂ। Be honest about your feelings and be receptive to others' feelings and opinions. ਹਮੇਸ਼ਾ honest, ਸੱਚੀ ਗੱਲ ਕਰੋ, ਜੋ ਤੁਹਾਡੀਆਂ ਫੀਲਿੰਗਸ ਹੈ ਉਹਨੂੰ ਬਿਲਕੁਲ ਸੱਚਾਈ ਨਾਲ ਦੂਜੇ ਦੇ ਸਾਹਮਣੇ ਨੇ ਪ੍ਰਗਟ ਕਰੋ। ਐਂਡ ਬੀ ਰਿਸੈਪਟਿਵ, ਤੇ ਜਿਹੜਾ ਦੂਸਰਾ ਬੰਦਾ ਰਿਸੈਪਟਿਵ ਹੁੰਦਾ ਹੈ ਦੂਜੇ ਦੀ ਗੱਲ ਨੂੰ ਵੀ ਮਤਲਬ ਹਾਂ ਪੱਖੀ ਰਹਿਣਾ, ਮਤਲਬ ਦੂਜੇ ਦੀ ਗੱਲ ਨੂੰ ਵੀ ਸਮਝਣਾ, ਦੂਜੇ ਦੀਆਂ ਫੀਲਿੰਗਸ ਦੇ ਓਪੀਨੀਅਨਸ ਨੂੰ ਵੀ ਸਮਝੋ, ਠੀਕ ਹੈ। ਦੈਨ ਸੈਕਿੰਡ ਪੁਆਇੰਟ ਹੈ, when someone is feeling overwhelmed their brain may struggle to process their thoughts and emotions. ਕਈ ਵਾਰੀ ਕੀ ਹੁੰਦਾ ਕਿ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋ ਤਾਂ ਉਸ ਟਾਈਮ ਤੇ ਮਤਲਬ ਤੁਸੀਂ ਉਹ ਬੰਦਾ, ਜਦੋਂ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋ ਤੁਸੀਂ ਆਪਣੇ ਕਈ ਵਾਰੀ ਆਪਣੀਆਂ ਫੀਲਿੰਗਸ ਨੂੰ ਉਵੇਂ ਨਹੀਂ ਐਕਸਪ੍ਰੈਸ ਕਰ ਪਾਉਂਦੇ ਜਿਵੇਂ ਕਿ ਤੁਸੀਂ ਮਤਲਬ ਕਰਨਾ ਚਾਹੁੰਦੇ ਹੋ। ਤਾਂ ਉਸ ਟਾਈਮ ਤੇ ਕੀ ਕਰੋ, ਬਿਲਕੁਲ ਸਿੰਪਲ ਲੈਂਗੁਏਜ ਯੂਜ਼ ਕਰੋ ਤੇ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀ ਗੱਲ ਨੂੰ ਦੂਜਿਆਂ ਨੂੰ ਸਮਝਾ ਸਕੋ। ਬਿਲਡ ਟਰਸਟ, ਵਿਸ਼ਵਾਸ ਜਿਹੜਾ ਹੈ ਉਹ ਬਣਾਇਆ ਜਾਂਦਾ ਹੈ
ਤੇ ਦੂਸਰਿਆਂ ਦਾ ਵਿਸ਼ਵਾਸ ਜਿੱਤਿਆ ਜਾਂਦਾ ਹੈ। ਸੋ ਟਰਸਟ ਬਣਾਓ ਤੇ ਫਿਰ ਗੱਲਬਾਤ ਕਰੋਗੇ ਤਾਂ ਉਹਦੇ ਨਾਲ ਇਫੈਕਟਿਵ ਕਮਿਊਨੀਕੇਸ਼ਨ ਹੋਊਗੀ, ਲੋਕ ਤੁਹਾਡੇ ਤੇ ਵਿਸ਼ਵਾਸ ਕਰਨਗੇ, ਤੁਸੀਂ ਲੋਕਾਂ ਤੇ ਵਿਸ਼ਵਾਸ ਕਰੋਗੇ, ਤਾਂ ਹੀ ਤੁਸੀਂ ਇਫੈਕਟਿਵਲੀ ਕਮਿਊਨੀਕੇਟ ਕਰ ਸਕਦੇ ਹੋ ਦੂਸਰਿਆਂ ਨਾਲ। Learn about different cultures. It will help us interact with them more effectively. ਦੂਜਿਆਂ ਦੇ ਬਾਰੇ ਵਿੱਚ, ਦੂਜਿਆਂ ਦੇ ਕਲਚਰਸ, ਉਹਨਾਂ ਦੀ ਇਮੋਸ਼ਨਸ ਨੂੰ ਸਮਝਦੇ ਹੋਏ ਜਦੋਂ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਾਂ ਤਾਂ ਫਿਰ ਅਸੀਂ ਇਫੈਕਟਿਵਲੀ ਕਮਿਊਨੀਕੇਟ ਕਰ ਪਾਉਂਦੇ ਹਾਂ। ਅਗਰ ਇਹ 4th ਪੁਆਇੰਟ ਤੁਸੀਂ ਨਾ ਵੀ ਲਿਖੋ ਤਾਂ ਵੀ ਠੀਕ ਹੈ, ਬਿਕਾਜ਼ ਇਹ ਕਲਚਰਸ ਦੇ ਬਾਰੇ ਵਿੱਚ ਹੈ, ਤੇ ਇਹਨੂੰ ਤੁਸੀਂ ਕਲਚਰਸ ਵਾਲੇ ਜਿਹੜਾ ਆਪਾਂ ਕਲਚਰ ਬੈਰੀਅਰ ਕੀਤਾ ਨਾ, ਉੱਥੇ ਤੁਸੀਂ ਇਹਨੂੰ ਲਿਖ ਸਕਦੇ ਹੋ। ਇੱਥੇ ਅਗਰ ਇਹ ਪੁਆਇੰਟ ਨਾ ਲਿਖੋ, ਬਸ 3 ਹੀ ਲਿਖ ਦਿਓ ਤੁਸੀਂ ਤਾਂ ਇਨਫ ਹੈ। ਨੈਕਸਟ ਆ ਗਿਆ ਜੈਂਡਰ ਬੈਰੀਅਰਸ। ਜੈਂਡਰ ਕੀ ਹੁੰਦਾ? ਮੈਨ ਐਂਡ ਵੀਮਨ। genders ਹੋ ਗਏ ਨਾ। Men and women have different communication styles which can lead to misunderstandings. ਹੁਣ ਜਿਹੜੇ ਮੈਨ ਹੈ ਉਹਨਾਂ ਦੀ ਗੱਲ ਕਰਨ ਦਾ ਇੱਕ ਅਲੱਗ ਤਰੀਕਾ ਹੁੰਦਾ ਹੈ, ਵਿਮਨ ਦਾ ਗੱਲ ਕਰਨ ਦਾ ਅਲੱਗ ਤਰੀਕਾ ਹੁੰਦਾ ਹੈ, ਤਾਂ ਕਈ ਵਾਰੀ ਜਿਹੜੇ ਆ ਉਹ ਆਪਸ ਵਿੱਚ ਇੱਕ ਦੂਜੇ ਦੀ ਗੱਲ ਨੂੰ ਸਮਝ ਨਹੀਂ ਪਾਉਂਦੇਗੇ, ਕਿਉਂਕਿ ਇਫੈਕਟਿਵਲੀ ਜਿਹੜੇ ਇੰਡੀਵਿਜੂਅਲਸ ਹੈ ਉਹ ਆਪਣੀ ਗੱਲ ਨੂੰ ਕਹਿ ਨਹੀਂ ਪਾਉਂਦੇ ਤੇ ਮਿਸਅੰਡਰਸਟੈਂਡਿੰਗਸ ਹੋ ਜਾਂਦੀ ਹੈ। ਜਿਵੇਂ ਐਗਜ਼ਾਮਪਲ ਦਿੱਤੀ ਹੈ, people assume that women are always soft spoken and if they speak up loudly it may be misunderstood as arrogance. ਇਹ assume ਕੀਤਾ ਜਾਂਦਾ ਹੈ, ਮੰਨਿਆ ਜਾਂਦਾ ਹੈ ਕਿ ਜਿਹੜੀਆਂ ਵਿਮਨ ਹੁੰਦੀਆਂ ਉਹ ਬਹੁਤ ਸੌਫਟ ਸਪੋਕਨ ਹੁੰਦੀਆਂ, ਤੇ ਜੇਕਰ ਉਹ ਕਿਤੇ ਉੱਚੀ ਬੋਲਣਗੀਆਂ ਤਾਂ ਉਹ ਸਮਝਿਆ ਜਾਂਦਾ ਹੈ ਕਿ ਇਹ ਬਹੁਤ ਕਮੰਡੀ ਹੈ, ਐਰੋਗੈਂਟ ਹੈ। ਸੋ ਮਿਸਅੰਡਰਸਟੈਂਡਿੰਗ ਹੋ ਸਕਦੀ ਹੈ। ਐਕਚੁਅਲੀ ਕੀ ਹੈ, ਇਹਨੂੰ ਇਸ ਚੀਜ਼ ਨੂੰ ਇਸ ਤਰ੍ਹਾਂ ਨਹੀਂ ਲੈਣਾ ਚਾਹੀਦਾ, ਬਿਕਾਜ਼ ਕਿਸੇ ਵੀ ਗੱਲ ਨੂੰ ਜੈਂਡਰ ਦੇ ਬੇਸ ਤੇ ਨਹੀਂ ਕਰਨਾ ਚਾਹੀਦਾ। ਇਸ ਚੀਜ਼ ਨੂੰ ਸਮਝਣਾ ਚਾਹੀਦਾ ਹੈ ਕਿ ਵੀ ਆਲ ਆਰ ਹਿਊਮਨ ਬੀਇੰਗਸ, ਤੇ ਹਿਊਮਨ ਬੀਇੰਗਸ ਦੀ ਤਰ੍ਹਾਂ ਹੀ ਲਿਆ ਜਾਵੇ। ਇਹ ਨਾ ਸਮਝਿਆ ਜਾਵੇ ਕਿ ਇੱਕ ਵਿਮਨ ਨੂੰ ਇਸ ਤਰ੍ਹਾਂ ਹੀ ਗੱਲ ਕਰਨੀ ਚਾਹੀਦੀ ਹੈ ਜਾਂ ਮੈਨ ਨੂੰ ਇਸ ਤਰ੍ਹਾਂ ਹੀ ਗੱਲ ਕਰਨੀ ਚਾਹੀਦੀ ਹੈ, ਕਿ ਮੈਨ ਜਿਹੜੇ ਉਹ ਲਾਊਡਲੀ ਬੋਲ ਸਕਦੇ ਹੈ, ਵਿਮਨ ਜਿਹੜੀਆਂ ਉਹ ਸੌਫਟ ਸਪੋਕਨ ਹੀ ਹੋਣੀਆਂ ਚਾਹੀਦੀਆਂ। ਇਟ ਸ਼ੁੱਡ ਨਾਟ ਬੀ ਲਾਈਕ ਦਿਸ, ਬਿਕਾਜ਼ ਵੀ ਆਲ ਸ਼ੁੱਡ ਬੀ ਟ੍ਰੀਟਡ ਐਸ ਹਿਊਮਨ ਬੀਇੰਗਸ। ਇਨਸਾਨ ਦੀ ਤਰ੍ਹਾਂ ਟ੍ਰੀਟ ਕੀਤਾ ਜਾਵੇ ਕਿ ਹਿਊਮਨ ਬੀਇੰਗਸ ਆ ਅਸੀਂ, ਤੇ ਇਹ ਸਭ ਜਿਹੜੇ ਸਟੀਰੀਓਟਾਈਪਸ ਹੈ ਇਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ। ਹੁਣ ਇਸ ਪ੍ਰੋਬਲਮ ਨੂੰ ਕਿਵੇਂ ਸੋਲਵ ਕਰ ਸਕਦੇ ਹਾਂ? ਓਵਰਕਮਿੰਗ ਜੈਂਡਰ ਬੈਰੀਅਰਸ ਰਿਕੁਆਇਰਸ ਅ ਲੋਟ ਆਫ ਪੇਸ਼ੈਂਸ ਐਂਡ ਅੰਡਰਸਟੈਂਡਿੰਗ। ਸਾਨੂੰ ਬਹੁਤ ਜ਼ਿਆਦਾ ਸਮਝਣ ਦੀ ਜ਼ਰੂਰਤ ਹੈ, ਸਾਨੂੰ ਪੇਸ਼ੈਂਸ ਰੱਖਣ ਦੀ ਜ਼ਰੂਰਤ ਹੈ, ਫਿਰ ਹੀ ਅਸੀਂ ਦੂਸਰੇ ਦੀ ਗੱਲ ਜਿਹੜੀ ਹੈ, ਜਿਵੇਂ ਜੇ ਵਿਮਨ ਹੈ, ਮੈਨ ਬੋਲ ਰਿਹਾ ਤਾਂ ਉਹਨੂੰ ਮਤਲਬ ਸਮਝੋ ਪੇਸ਼ੈਂਸ ਰੱਖ ਕੇ, ਤੇ ਜੇਕਰ ਮੈਨ ਵਿਮਨ ਬੋਲ ਰਹੀ ਹੈ ਤਾਂ ਮੈਨੂੰ ਪੂਰੀ ਪੇਸ਼ੈਂਸ ਨਾਲ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੀ ਕਹਿ ਰਹੇ ਹੈ। ਅਵੋਇਡ ਸਟੀਰੀਓਟਾਈਪਸ। ਸਟੀਰੀਓਟਾਈਪਸ ਹੁੰਦਾ ਹੈ ਜੋ ਮਤਲਬ ਪੁਰਾਣੇ ਟਾਈਮ ਤੋਂ ਇੱਕ ਰੂਲਸ ਬਣੇ ਹੋਏ ਹੈ, ਜਿਹੜੇ ਨੋਰਮ ਸੈੱਟ ਹੋਏ ਹੋਏ ਹੈ ਕਿ ਜਿਹੜੀ ਵਿਮਨ ਹੈ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਮੈਨ ਜਿਹੜਾ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਇਟ ਸ਼ੁੱਡ ਨਾਟ ਬੀ ਲਾਈਕ ਦੈਟ। ਵੀ ਆਲ ਸ਼ੁੱਡ ਬੀ ਟ੍ਰੀਟਡ ਐਸ ਹਿਊਮਨ ਬੀਇੰਗਸ, ਤੇ ਫਿਰ ਹੀ ਇਸ ਜੈਂਡਰ ਬੈਰੀਅਰਸ ਨੂੰ ਅਸੀਂ ਓਵਰਕਮ ਕਰ ਸਕਦੇ ਹਾਂ। ਰਿਸਪੈਕਟ ਦ ਡਾਈਵਰਸ ਕਮਿਊਨੀਕੇਸ਼ਨ ਸਟਾਈਲਸ। ਕਮਿਊਨੀਕੇਸ਼ਨ ਸਟਾਈਲਸ ਜਿਹੜੀ ਹੈ ਵਿਮਨ ਦੇ ਅਗਰ ਡਿਫਰੈਂਟ ਹੈ, ਉਹ ਡਿਫਰੈਂਟ ਤਰੀਕੇ ਨਾਲ ਗੱਲ ਕਰਦੀ ਹੈ, ਮੈਨ ਜਿਹੜੇ ਉਹ ਡਿਫਰੈਂਟ ਤਰੀਕੇ ਨਾਲ ਗੱਲ ਕਰਦੇ ਹੈ, ਤਾਂ ਸਾਨੂੰ ਇੱਕ ਦੂਜੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਫਿਰ ਹੀ ਅਸੀਂ ਇਫੈਕਟਿਵਲੀ ਕਮਿਊਨੀਕੇਟ ਕਰ ਪਾਵਾਂਗੇ। Now, 6th point, organizational barriers. Organizational barriers ਹੁੰਦੇ ਹੈ obstacles that can prevent clear communication within an organization. ਕੋਈ ਕੰਪਨੀ ਹੋਵੇ, ਕੋਈ organization ਹੈ, ਤਾਂ ਮਤਲਬ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਕੁਝ ਪ੍ਰੋਬਲਮ ਆ ਜਾਂਦੀ ਹੈ, ਉਹ ਕਿਵੇਂ ਦੀਆਂ ਪ੍ਰੋਬਲਮਸ ਆਬਸਟੈਕਲਸ ਹੋ ਸਕਦੀਆਂ ਜਦੋਂ ਕਿ ਇੰਪਲੋਇਰ ਜਿਹੜਾ ਇੰਪਲੋਇਜ਼ ਤੱਕ ਪੂਰੀ ਚੰਗੀ ਤਰ੍ਹਾਂ ਆਪਣੀਆਂ ਗੱਲ ਨਹੀਂ ਕਹਿ ਪਾ ਰਿਹਾ, ਤਾਂ ਉਹਦੇ ਨਾਲ ਆ ਗਈਆਂ ਆਰਗੇਨਾਈਜੇਸ਼ਨਲ ਬੈਰੀਅਰਸ। ਫॉर एग्जांपल, if policies are not clear, operations may not run smoothly. ਹੁਣ ਜੇਕਰ ਇੰਪਲੋਇਰ ਇੰਪਲੋਇਜ਼ ਨੂੰ ਪਾਲਿਸੀਜ਼ ਹੀ ਨਹੀਂ ਚੰਗੀ ਤਰ੍ਹਾਂ ਸਮਝਾ ਪਾ ਰਿਹਾ, ਤਾਂ ਫਿਰ ਉੱਥੇ ਆਰਗੇਨਾਈਜੇਸ਼ਨ ਦਾ ਕੰਮ ਕਿਵੇਂ ਚੱਲੂਗਾ? ਤਾਂ ਸਮੂਥਲੀ ਰਨ ਨਹੀਂ ਹੋਊਗੀ, ਉਹ ਆਪਰੇਸ਼ਨਸ ਕੰਮ ਨਹੀਂ ਹੋ ਪਾਉਣਗੇ ਸਮੂਥਲੀ ਉਸ ਆਰਗੇਨਾਈਜੇਸ਼ਨ ਦੇ ਵਿੱਚ। In a hierarchical structure, employees may be afraid to communicate with superiors. ਹੁੰਦਾ ਕੀ ਹੈ, hierarchical structure ਹੁੰਦਾ ਹੈ ਕਿ ਮਤਲਬ ਰੈਂਕ ਵਾਈਜ਼, ਜਿਵੇਂ ਉੱਪਰ ਸਭ ਤੋਂ ਟੌਪ ਰੈਂਕ ਤੇ ਜਿਵੇਂ ਇੱਕ ਇੰਪਲੋਇਰ ਹੈ, ਫਿਰ ਉਸ ਤੋਂ ਬਾਅਦ ਉਹਦੇ ਨੈਕਸਟ ਇੰਪਲੋਈ, ਇਸ ਤਰ੍ਹਾਂ ਹਾਇਰਾਰਕੀ ਹੈ। ਤਾਂ ਉਹਦੇ ਵਿੱਚ ਕੀ ਹੈ,
ਜਦੋਂ ਹਾਇਰਾਰਕੀ ਹੁੰਦੀ ਹੈ ਤਾਂ ਕਈ ਵਾਰੀ ਜਿਹੜੇ ਇੰਪਲੋਈਜ਼ ਹੁੰਦੇ ਹੈ ਉਹ ਆਪਣੇ ਇੰਪਲੋਇਰ ਨਾਲ ਜਿਹੜੇ ਉਹਨਾਂ ਤੋਂ ਸੁਪੀਰੀਅਰ ਹੈ ਉਹਨਾਂ ਨਾਲ ਗੱਲ ਕਰਨ ਤੋਂ ਕਮਿਊਨੀਕੇਟ ਕਰਨ ਤੋਂ ਡਰਦੇ ਹੈ ਸੋ ਕਮਿਊਨੀਕੇਸ਼ਨ ਬੈਰੀਅਰ ਹੋ ਜਾਂਦਾ ਹੈ excessive emails reports and messages make it difficult for the employees to understand the essential data ਕਈ ਵਾਰੀ ਇੰਨੇ ਜ਼ਿਆਦਾ ਮੈਸੇजेस ਆ ਰਹੇ ਹੁੰਦੇ ਹੈ ਮੇਲਸ ਆ ਰਹੀਆਂ ਹੁੰਦੀਆਂ ਕਿ ਜਿਹੜੇ ਇੰਪਲੋਈਜ਼ ਹੈ ਉਹਨਾਂ ਲਈ ਮੁਸ਼ਕਿਲ ਹੋ ਜਾਂਦਾ ਹੈ ਕਿ ਜਿਹੜੀ ਚੀਜ਼ ਨੂੰ ਮਤਲਬ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਸ ਚੀਜ਼ ਨੂੰ ਸਮਝਣ ਤੇ ਉਸ ਤੇ ਫੋਕਸ ਕਰਨ ਵਿੱਚ ਜਿਹੜਾ ਹੈਗਾ ਉਹ ਨਹੀਂ ਕਰ ਪਾਉਂਦੇ ਕਿ ਫੋਕਸ ਸੋ ਇਹ ਵੀ ਆਰਗੇਨਾਈਜੇਸ਼ਨਲ ਬੈਰੀਅਰ ਹੁੰਦਾ ਹੈ communication with. Physical separation of employees across different locations can hinder effective communication. ਕਈ ਵਾਰੀ ਕੀ ਹੁੰਦਾ ਹੈ employees ਜਿਹੜੇ ਹੈਗੇ ਜਿਵੇਂ online ਕੋਈ job ਚੱਲ ਰਹੀ ਹੈ ਕੋਈ EMPLOYEE ਜਿਹੜਾ ਹੈਗਾ ਉਹ ਕਿਸੇ ਕੰਟਰੀ 'ਚ ਬੈਠਾ ਹੈ ਕੋਈ ਕਿਸੇ 'ਚ ਬੈਠਾ ਹੋਇਆ ਸਪੋਜ਼ਡਲੀ ਸੇਮ ਕੰਟਰੀ ਵੀ ਹੋਵੇ ਤਾਂ ਹੋ ਸਕਦਾ ਕੋਈ ਨਾਰਥ ਵਿੱਚ ਬੈਠਾ ਹੈ ਕੋਈ ਸਾਊਥ ਵਿੱਚ ਦੀ ਕਿਸੇ ਸਟੇਟ ਵਿੱਚ ਬੈਠਾ ਹੋਇਆ ਤਾਂ ਉਹਦੇ ਨਾਲ ਕੀ ਹੈ ਕਮਿਊਨੀਕੇਸ਼ਨ ਜਿਹੜੀ ਹੈ ਉਹ ਇਫੈਕਟਿਵਲੀ ਨਹੀਂ ਹੋ ਪਾਉਂਦੀ ਇਹ ਹੈਗੇ ਹੈ ਆਰਗੇਨਾਈਜੇਸ਼ਨਲ ਬੈਰੀਅਰਸ ਜਿਨ੍ਹਾਂ ਨੂੰ ਓਵਰਕਮ ਕਿਵੇਂ ਕੀਤਾ ਜਾ ਸਕਦਾ ਹੈ provide trainings on effective communication strategies ਕਿ trainings ਹੋਣੀਆਂ ਚਾਹੀਦੀ ਹੈ employees ਦੀ ਵੀ employer ਦੀ ਵੀ ਕਿ ਉਹ ਆਪਸ ਵਿੱਚ ਕਿਵੇਂ ਇਫੈਕਟਿਵਲੀ ਆਪਣੀਆਂ ਪਾਲਿਸੀਜ਼ ਨੂੰ ਆਪਸ ਵਿੱਚ ਗੱਲਬਾਤ ਕਰਕੇ ਕਿਵੇਂ ਮਤਲਬ ਉਹ ਚੰਗੀ ਤਰ੍ਹਾਂ ਆਪਣੀਆਂ ਪਾਲਿਸੀਜ਼ ਨੂੰ ਸਮਝਾ ਸਕਦੇ ਹੈ promote awareness of organizational communication barriers ਸਾਰਿਆਂ ਨੂੰ ਇਸ ਗੱਲ ਦੀ ਅਵੇਅਰਨੈਸ ਇਸ ਗੱਲ ਤੋਂ ਜਾਣੂ ਹੋਣੇ ਚਾਹੀਦੇ ਹੈ ਜਿੰਨੇ ਇੰਪਲੋਇਰ ਜਾਂ ਇੰਪਲੋਈਜ਼ ਕਿਸੇ ਆਰਗੇਨਾਈਜੇਸ਼ਨ ਵਿੱਚ ਕੰਮ ਕਰਦੇ ਹੈ ਵੀ ਕਿਹੜੇ ਸਾਨੂੰ ਕਮਿਊਨੀਕੇਸ਼ਨ ਵਿੱਚ ਬੈਰੀਅਰਸ ਆ ਸਕਦੇ ਹੈ encourage effective listening and feedback ਹੋਣਾ ਕੀ ਚਾਹੀਦਾ ਹੈ ਜਦੋਂ ਕੋਈ ਬੋਲਦਾ ਹੈ ਤਾਂ ਉਹਨੂੰ ਬਹੁਤ ਧਿਆਨ ਨਾਲ ਸੁਣਿਆ ਜਾਵੇ ਤੇ ਫਿਰ ਆਪਣਾ ਫੀਡਬੈਕ ਦਿੱਤਾ ਜਾਵੇ ਇਸ ਤਰ੍ਹਾਂ ਕੀ ਹੁੰਦਾ ਹੈ ਇਫੈਕਟਿਵ ਕਮਿਊਨੀਕੇਸ਼ਨ ਹੋ ਪਾਉਂਦੀ ਹੈ ਲਾਸਟ ਬੈਰੀਅਰ ਹੈ perceptual barriers perception ਕੀ ਹੁੰਦੀ ਹੈ perception ਹੁੰਦੀ ਹੈ ਹਰੇਕ ਬੰਦੇ ਦਾ ਆਪਦਾ ਨਜ਼ਰੀਆ ਆਪਦਾ opinion ਹੁਣ perceptual barriers are the obstacles that arise when two or more individuals have different perceptions of what is being communicated ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਇੰਡੀਵਿਜੂਅਲਸ ਜਿਹੜੇ ਵੀ ਬੀਇੰਗਸ ਹੈ ਇੰਡੀਵਿਜੂਅਲਸ ਹੈ ਜਦੋਂ ਉਹਨਾਂ ਦੀਆਂ ਡਿਫਰੈਂਟ ਪਰਸੈਪਸ਼ਨਸ ਹੁੰਦੀਆਂ ਜੇ ਕੋਈ ਮਤਲਬ ਗੱਲ ਕੀਤੀ ਜਾ ਰਹੀ ਹੈ ਤੇ ਉਹਦੇ ਬਾਰੇ 'ਚ ਡਿਫਰੈਂਟ ਓਪੀਨੀਅਨਸ ਹੈ ਲੋਕਾਂ ਦੇ ਤਾਂ ਉਹ ਹੋ ਜਾਂਦਾ ਹੈ ਪਰਸੈਪਚੁਅਲ ਬੈਰੀਅਰਸ ਫਿਰ ਉਹ ਇੱਕ ਦੂਜੇ ਨਾਲ ਕਿਉਂਕਿ ਉਹ ਡਿਫਰੈਂਟਲੀ ਸੋਚਦੇ ਹੈ ਤੇ ਇਸ ਕਰਕੇ ਉਹ ਕਮਿਊਨੀਕੇਟ ਨਹੀਂ ਕਰ ਪਾਉਣਗੇ ਇਫੈਕਟਿਵਲੀ like for example someone might say fine with the sarcastic tone when they are not actually fine ਕਈ ਵਾਰੀ ਤੁਸੀਂ ਕੋਈ ਗੱਲ ਕਰਦੇ ਹੋ ਅਗਲਾ ਕਹਿੰਦਾ ਮਤਲਬ ਫਾਈਨ ਮਤਲਬ ਕਈ ਵਾਰੀ ਉਹ ਗੁੱਸੇ ਵਿੱਚ ਕਹਿੰਦਾ ਫਾਈਨ ਮਤਲਬ ਕਿ ਠੀਕ ਹੈ ਕਈ ਵਾਰੀ ਸਰਕਾਸਟਿਕ ਹੋ ਕੇ ਵਿਅੰਗ ਵਿੱਚ ਕਹਿੰਦਾ ਕਿ ਫਾਈਨ ਵੀ ਮਤਲਬ ਹਾਸੇ ਨਾਲ ਵੀ ਤੂੰ ਕੀ ਗੱਲ ਕਰਦਾ ਪਿਆ ਸੋ ਕਈ ਵਾਰੀ ਇਹ ਚੀਜ਼ਾਂ ਜਿਹੜੀਆਂ ਫਾਈਨ ਵਰਡ ਤਾਂ ਐਕਚੁਅਲੀ ਫਾਈਨ ਵਿੱਚ ਲਈ ਯੂਜ਼ ਹੁੰਦਾ ਕਿ ਸਭ ਠੀਕ ਹੈ ਬਟ ਦੈਨ ਇਹਨੂੰ ਯੂਜ਼ ਕਿਵੇਂ ਕੀਤਾ ਜਾ ਰਿਹਾ ਹੈ ਦੈਟ ਬਿਕਮਸ ਅ ਬੈਰੀਅਰ ਹੁਣ ਇਹਨੂੰ ਕਿਵੇਂ ਓਵਰਕਮ ਕਰ ਸਕਦੇ ਹੋ Listen attentively to the speaker and pay attention to their words and body language. ਜਦੋਂ ਕੋਈ ਸਪੀਕਰ ਬੋਲਦਾ ਹੈ ਤਾਂ ਉਹਨੂੰ ਬਹੁਤ ਧਿਆਨ ਨਾਲ ਸੁਣੋ ਉਹਦੇ ਵਰਡਸ ਨੂੰ ਬਹੁਤ ਧਿਆਨ ਨਾਲ ਸੁਣੋ ਉਹਦੀ ਬਾਡੀ ਲੈਂਗੁਏਜ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਫਿਰ ਸਾਰਾ ਕੁਝ ਸੁਣ ਕੇ ਦੈਨ ਆਸਕ ਕੁਐਸਚਨਸ ਫਿਰ ਜੇ ਤੁਹਾਡੇ ਅੰਦਰ ਕੋਈ ਮਤਲਬ ਕੋਈ ਤੁਹਾਨੂੰ ਕਿਊਰੀ ਹੈਗੀ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਆਹ ਚੀਜ਼ ਜਿਹੜੀ ਹੈ ਮੈਨੂੰ ਕਲੀਅਰ ਨਹੀਂ ਹੋਈ ਤਾਂ ਕੁਐਸਚਨਸ ਪੁੱਟ ਕਰੋ ਤੇ ਮਿਸਅੰਡਰਸਟੈਂਡਿੰਗ ਜਿਹੜੀ ਹੈ ਉਹਨੂੰ ਅਵੋਇਡ ਕਰੋ ਇਸ ਤਰ੍ਹਾਂ ਤੁਸੀਂ ਪਰਸੈਪਚੁਅਲ ਬੈਰੀਅਰਸ ਨੂੰ ਓਵਰਕਮ ਕਰ ਸਕਦੇ ਹੋ ਅਵੋਇਡ ਯੂਜ਼ਿੰਗ ਅਬਸਕਿਊਰ ਔਰ ਡਿਫਿਕਲਟ ਵਰਡਸ ਐਵੇਂ ਦੇ ਵਰਡਸ ਨਾ ਯੂਜ਼ ਕਰੋ ਬੋਲਣ ਲੱਗਿਆ ਜਿਹੜੇ ਕਿ ਬਹੁਤ ਮੁਸ਼ਕਿਲ ਹੈ ਤੇ ਦੂਜੇ ਨੂੰ ਸਮਝ ਨਾ ਆਉਣ engage in self reflection it can control our perceptions of and reactions to others self reflection ਮਤਲਬ ਆਪਣੇ ਆਪ ਤੇ ਧਿਆਨ ਦਿਓ ਆਪਦੇ ਓਪੀਨੀਅਨਸ ਨੂੰ ਚੰਗੀ ਤਰ੍ਹਾਂ ਸਮਝੋ ਤੇ ਨਾਲ ਹੀ ਕੰਟਰੋਲ ਕਰਨਾ ਵੀ ਹੁੰਦਾ ਹੈ ਕਿ ਇਹ ਨਹੀਂ ਹੈ ਵੀ ਤੁਹਾਡਾ ਓਪੀਨੀਅਨ ਹੀ ਸਭ ਤੋਂ ਸਹੀ ਹੈ
ਹੋ ਸਕਦਾ ਦੂਸਰੇ ਦਾ ਓਪੀਨੀਅਨ ਜਿਹੜਾ ਹੈ ਉਹ ਜ਼ਿਆਦਾ ਸਹੀ ਹੋਵੇ, ਤਾਂ ਦੂਜੇ ਦੇ ਓਪੀਨੀਅਨ ਨੂੰ ਸਮਝੋ, ਆਪਣੇ ਓਪੀਨੀਅਨਸ ਆਪਣੀਆਂ ਪਰਸੈਪਸ਼ਨਸ ਨੂੰ ਕੰਟਰੋਲ 'ਚ ਰੱਖੋ, ਤੇ ਜਦੋਂ ਤੁਸੀਂ ਮਤਲਬ ਅਗਲਾ ਆਪਣਾ ਓਪੀਨੀਅਨ ਦੱਸਦਾ ਹੈ ਤਾਂ ਤੁਸੀਂ ਉਹਦੇ ਤੇ ਰਿਐਕਸ਼ਨ ਦੇਣ ਲੱਗਿਆਂ ਵੀ ਸੋਚੋ ਕਿ ਮਤਲਬ ਇਹਦੇ ਤੇ ਰਿਐਕਸ਼ਨ ਜਿਹੜਾ ਹੈਗਾ ਉਹ ਜਿਹੜਾ ਰਿਐਕਸ਼ਨ ਦੇਣਾ ਉਹਦੇ ਤੇ ਕੰਟਰੋਲ ਕਰੋ। ਇਹ ਨਹੀਂ ਹੈ ਵੀ ਇੱਕੋ ਦਮ ਤੁਸੀਂ ਭੜਕ ਜਾਓ, ਤੁਸੀਂ ਉਹ ਪੇਸ਼ੈਂਸ ਰੱਖਣੀ ਹੈ ਤੇ ਰਿਐਕਸ਼ਨ ਦੇਣ ਲੱਗਿਆ ਤੁਸੀਂ ਉਹਨੂੰ ਰਿਐਕਸ਼ਨਸ ਨੂੰ ਕੰਟਰੋਲ ਰੱਖਣਾ ਹੈ। ਰਿਐਕਸ਼ਨ ਇੱਕੋ ਦਮ ਨਹੀਂ ਦੇਣਾ, ਬਲਕਿ ਸੋਚ ਸਮਝ ਕੇ ਰਿਐਕਟ ਕਰੋ ਕਿ ਕੀ ਕਹਿਣਾ ਚਾਹੀਦਾ ਹੈ। ਤਾਂ ਇਹ ਜਿਹੜਾ ਪਰਸੈਪਚੁਅਲ ਬੈਰੀਅਰ ਹੈ ਇਹਨੂੰ ਵੀ ਅਸੀਂ ਓਵਰਕਮ ਕਰ ਸਕਦੇ ਹਾਂ। ਸੋ ਵੀ ਹੈਵ ਡਿਸਕਸਡ 8 barriers ਜਿਹੜੀਆਂ ਇਫੈਕਟਿਵ ਕਮਿਊਨੀਕੇਸ਼ਨ ਵਿੱਚ ਆਉਂਦੀ ਹੈ। Physical barriers, then cultural barriers, language barrier, emotional barrier, gender barrier, organizational barrier, and perceptual barrier. That's all for today. Thank you.